ਸਾਂਭੀਆਂ ਸੰਦੂਕ ਵਿੱਚ ਪਈਆਂ ਫੁਲਕਾਰੀਆਂ ਨੀ ਮਾਏ ਤੇਰੇ ਮੋਹ ਦੀਆਂ ਤੰਦਾਂ ਬਹੁਤ ਪਿਆਰੀਆਂ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਹਰਸਿਮਰ ਐਜੂਕੇਸ਼ਨ ਕਲਾਸਿਸ 'ਤੇ। ਅੱਜ ਆਪਾਂ ਹਾਜ਼ਰ ਹੋਏ ਹਾਂ ਵਿਸ਼ਾ ਪੰਜਾਬੀ, ਜਮਾਤ ਪੰਜਵੀਂ, ਪਾਠ ਨੰਬਰ 13, ਜਿਸ ਦਾ ਨਾਂ ਹੈ ਫੁਲਕਾਰੀ ਕਲਾ। ਇਸ ਪਾਠ ਦੇ ਲੇਖਕ ਦਾ ਨਾਂ ਹੈ ਅਮਰਜੀਤ ਕੌਰ ਵਿਰਕ। ਆਪਾਂ ਸਟਾਰਟ ਕਰਦੇ ਹਾਂ ਅੱਜ ਦੇ ਪਾਠ ਨੂੰ। ਪਰ ਸਟਾਰਟ ਕਰਨ ਤੋਂ ਪਹਿਲਾਂ ਕੀ ਤੁਹਾਨੂੰ ਪਤਾ ਹੈ ਕਿ ਫੁਲਕਾਰੀ ਹੈ ਜਿਹੜੀ ਇਹ ਸਾਡੇ ਪੰਜਾਬ ਦੀ ਇੱਕ ਲੋਕ ਕਲਾ ਹੈ। ਚਲੋ ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਪਾਠ, ਜਿਸ ਦਾ ਨਾਂ ਹੈ ਫੁਲਕਾਰੀ ਕਲਾ। ਮਾਂ ਜੀ, ਮੈਨੂੰ ਵੀ ਇੱਕ ਫੁਲਕਾਰੀ ਦੇ ਦਿਓ। ਸ਼ਹਿਰ ਵਿੱਚ ਕਈ ਕੁੜੀਆਂ ਫੁਲਕਾਰੀ ਦੀਆਂ ਕਮੀਜ਼ਾਂ ਪਾਈ ਫਿਰਦੀਆਂ ਨੇ। ਸਾਡੀ ਅਧਿਆਪਕਾ ਦੇ ਘਰ ਤਾਂ ਪਰਦੇ ਵੀ ਫੁਲਕਾਰੀ ਦੇ ਲੱਗੇ ਹੋਏ ਹਨ। ਉਹ ਬਹੁਤ ਹੀ ਸੋਹਣੇ ਲੱਗਦੇ ਨੇ। ਹਰਮੀਤ ਨੇ ਆਪਣੀ ਮਾਂ ਨੂੰ ਕਿਹਾ। ਲੈ ਰਹਿਣ ਦੇ, ਹੁਣ ਕਿੱਥੇ ਮੁੜ ਪੁਰਾਣਾ ਰਿਵਾਜ ਆ ਗਿਆ। ਹੁਣ ਤਾਂ ਫੁਲਕਾਰੀਆਂ ਊਈ ਮਨੋਂ ਵਿਸਾਰ ਦਿੱਤੀਆਂ ਨੇ ਲੋਕਾਂ ਨੇ। ਮਾਂ ਜੀ ਬੋਲੇ। ਨਹੀਂ ਨਹੀਂ ਮਾਂ ਜੀ, ਹੁਣ ਤਾਂ ਫੁਲਕਾਰੀ ਦੀ ਬਹੁਤ ਕਦਰ ਹੋ ਗਈ ਹੈ। ਬਾਹਰਲੇ ਦੇਸ਼ਾਂ ਵਿੱਚ ਵੀ ਇਹਨਾਂ ਦੀ ਬੜੀ ਮੰਗ ਹੋਈ ਹੈ। ਲਿਆਓ ਤੁਸੀਂ ਵੀ ਜੇ ਕੋਈ ਵੇਚਣੀ ਹੈ। ਨਾ ਭਾਈ, ਮੈਂ ਨਹੀਂ ਵੇਚਣੀ। ਫੁਲਕਾਰੀ ਵੀ ਕਦੇ ਵੇਚੀ ਦੀ ਹੈ? ਇਹ ਤਾਂ ਮੈਂ ਤੇਰੇ ਵਿਆਹ ਵਿੱਚ ਦੇਵਾਂਗੀ। ਮੇਰੇ ਕੋਲ ਸੁੱਖੀ ਸਾਂਦੀ ਬਥੇਰੀਆਂ ਫੁਲਕਾਰੀਆਂ ਨੇ। ਨਾਲੇ ਫੁਲਕਾਰੀ ਤਾਂ ਸ਼ਗਨਾਂ ਦੀ ਚੀਜ਼ ਹੁੰਦੀ ਹੈ। ਫਿਰ ਸ਼ਗਨਾਂ ਦੀ ਚੀਜ਼ ਨਹੀਂ ਵੇਚੀ ਦੀ ਹੁੰਦੀ। ਉਂਝ ਵੀ ਜੇ ਤੇਰਾ ਜੀ ਕਰਦਾ ਤਾਂ ਲੈ ਜਾਵੀਂ। ਇੱਕ ਟੂਲ ਦੀ ਫੁਲਕਾਰੀ ਕਮੀਜ਼ ਬਣਾਉਣ ਵਾਸਤੇ ਮਾਂ ਜੀ ਨੇ ਕਿਹਾ। ਮੈਨੂੰ ਦਿਖਾ ਦਿਓ ਸਾਰੀਆਂ ਫੁਲਕਾਰੀਆਂ। ਮੈਨੂੰ ਜਿਹੜੀ ਸੋਹਣੀ ਲੱਗੀ ਮੈਂ ਲੈ ਲਵਾਂਗੀ, ਹਰਮੀਤ ਨੇ ਮਾਂ ਨੂੰ ਕਿਹਾ। ਮਾਂ ਜੀ ਸੰਦੂਕ ਵਿੱਚੋਂ ਫੁਲਕਾਰੀ ਕੱਢਣ ਅੰਦਰ ਸਵਾਤ ਵਿੱਚ ਵੱਲ ਨੂੰ ਚਲੇ ਗਏ। ਹਰਮੀਤ ਵੀ ਨਾਲ ਹੀ ਤੁਰ ਪਈ। ਮਾਂ ਜੀ ਨੇ ਸੰਦੂਕ ਖੋਲ੍ਹਿਆ। ਉਸ ਵਿੱਚ ਬਹੁਤ ਸਾਰੇ ਬਾਗ ਤੇ ਫੁਲਕਾਰੀਆਂ ਪਏ ਸਨ। ਹਰਮੀਤ ਨੇ ਹੈਰਾਨ ਜੇ ਹੁੰਦੇ ਪੁੱਛਿਆ, ਮਾਂ ਜੀ ਇਹ ਸਾਰੀਆਂ ਤੁਸੀਂ ਹੀ ਕੱਢੀਆਂ ਨੇ? ਬੱਚਿਓ, ਪਹਿਲਾਂ ਆਪਾਂ ਇਸ ਪੈਰੇ ਦੇ ਵਿੱਚ ਇੱਕ ਸ਼ਬਦ ਆਇਆ ਸੰਦੂਕ, ਉਸ ਦੀ ਪਿਕਚਰ ਦੇਖਦੇ ਹਾਂ ਅਤੇ ਪਤਾ ਕਰਦੇ ਹਾਂ ਇਹ ਕੀ ਸੰਦੂਕ ਕਿਹੋ ਜਿਹਾ ਹੁੰਦਾ ਹੈ। ਇਹ ਹੈ ਸੰਦੂਕ। ਕੀ ਹੈ ਜੀ ਇਹ? ਸੰਦੂਕ। ਤੇ ਇੱਕ ਹੋਰ ਸ਼ਬਦ ਆਇਆ ਸੀ ਬਾਗ ਤੇ ਫੁਲਕਾਰੀਆਂ। ਬਾਗ ਕੀ ਹੈ? ਇਹ ਇੱਕ ਫੁਲਕਾਰੀ ਦੀ ਕਿਸਮ ਹੈ। ਕੀ ਹੈ ਜੀ? ਫੁਲਕਾਰੀ ਦੀ ਕਿਸਮ। ਕੀ ਤੁਸੀਂ ਦੇਖ ਪਾ ਰਹੇ ਹੋ? ਇਹ ਕੀ ਹੈ? ਇਹ ਹਨ ਬਹੁਤ ਸਾਰੀਆਂ ਫੁਲਕਾਰੀਆਂ। ਕੀ ਨੇ ਜੀ? ਬਹੁਤ ਸਾਰੀਆਂ ਫੁਲਕਾਰੀਆਂ। ਦੇਖੋ ਜੀ, ਹੁਣ ਆਪਾਂ ਸਟਾਰਟ ਕਰਦੇ ਹਾਂ ਅੱਗੇ। ਹਾਂ ਧੀਏ, ਮੈਂ ਹੀ ਕੱਢੀਆਂ ਨੇ। ਹਰਮੀਤ ਦੀ ਮਾਂ ਨੇ ਕਿਹਾ। ਹਾਂ ਧੀਏ, ਮੈਂ ਹੀ ਕੱਢੀਆਂ ਨੇ। ਕੁਝ ਤੇਰੀ ਨਾਨੀ ਦੇ ਹੱਥ ਦੀਆਂ ਨੇ। ਉਹ ਮੈਂ ਅਜੇ ਤੱਕ ਸਾਂਭ ਕੇ ਰੱਖੀਆਂ ਨੇ। ਕਹਿੰਦੇ ਕਹਿੰਦੇ ਮਾਂ ਜੀ ਸੰਦੂਕ ਵਿੱਚੋਂ ਫੁਲਕਾਰੀਆਂ ਕੱਢਣ ਲੱਗੇ। ਫੁਲਕਾਰੀ ਕੱਢ ਕੇ ਉਹ ਬੈਠਕ ਵਿੱਚ ਲੈ ਗਏ। ਫਿਰ ਉਹ ਕੱਲੀ ਕੱਲੀ ਫੁਲਕਾਰੀ ਬਾਰੇ ਹਰਮੀਤ ਨੂੰ ਦੱਸਣ ਲੱਗੇ। ਹਰਮੀਤ ਨੂੰ ਇਹ ਸਾਰਾ ਕੁਝ ਦੇਖ ਕੇ ਬੜਾ ਹੀ ਅਚੰਭਾ ਲੱਗਿਆ।
ਉਹ ਬੜੇ ਹੀ ਧਿਆਨ ਨਾਲ ਆਪਣੀ ਮਾਂ ਦੀਆਂ ਗੱਲਾਂ ਸੁਣ ਰਹੀ ਸੀ ਤੇ ਵਿੱਚ ਵਿੱਚ ਮਾਂ ਤੋਂ ਕੁਝ ਸਵਾਲ ਵੀ ਪੁੱਛੀ ਜਾਂਦੀ ਸੀ। ਮਾਂ ਜੀ ਨੇ ਦੱਸਣਾ ਸ਼ੁਰੂ ਕੀਤਾ, ਦੇਖ ਦੇਖ ਸਭ ਤੋਂ ਪਹਿਲਾਂ ਤੈਨੂੰ ਮੈਂ ਬਾਗ ਦਿਖਾਉਂਦੀ ਹਾਂ। ਇਸ ਦੀ ਕਢਾਈ ਐਨੀ ਸੰਘਣੀ ਹੁੰਦੀ ਏ ਕਿ ਕੱਪੜਾ ਕਿਧਰੇ ਦਿਸਦਾ ਵੀ ਨਹੀਂ। ਆਮ ਫੁਲਕਾਰੀਆਂ ਵਿੱਚ ਐਨੀ ਸੰਘਣੀ ਕਢਾਈ ਨਹੀਂ ਹੁੰਦੀ। ਇਹ ਤਾਂ ਬਹੁਤ ਹੀ ਸੋਹਣਾ ਹੈ, ਸੱਚਮੁੱਚ ਹੀ ਬਾਗ ਵਾਂਗ। ਐਨੀ ਸੰਘਣੀ ਕਢਾਈ ਤਾਂ ਮੈਂ ਕਦੇ ਵੇਖੀ ਹੀ ਨਹੀਂ। ਫਿਰ ਹਰਮੀਤ ਨੇ ਇੱਕ ਹੋਰ ਫੁਲਕਾਰੀ ਚੱਕ ਕੇ ਮਾਂ ਜੀ ਤੋਂ ਪੁੱਛਿਆ, ਆਹ ਦੇਖੋ ਮਾਂ ਜੀ, ਇਸ ਫੁਲਕਾਰੀ ਨੂੰ ਕੀ ਕਹਿੰਦੇ ਨੇ? ਜਿਹਦੇ ਵਿੱਚ ਉੱਪਰ ਤਿਕੋਣੀ ਸ਼ਕਲ ਵਿੱਚ ਕਢਾਈ ਕੀਤੀ ਏ, ਬਾਕੀ ਸਾਰੀ ਥਾਂ ਖਾਲੀ ਛੱਡੀ ਹੋਈ ਹੈ। ਬੱਚਿਓ, ਇਸ ਪੈਰੇ ਦੇ ਵਿੱਚ ਇੱਕ ਸ਼ਬਦ ਆਇਆ ਸੀ ਬਾਗ। ਬਾਗ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਬਾਗ ਕੀ ਹੈ? ਇੱਕ ਫੁਲਕਾਰੀ ਦੀ ਕਿਸਮ ਹੈ ਜਿਸ ਦੇ ਵਿੱਚ ਕਢਾਈ ਬਹੁਤ ਜ਼ਿਆਦਾ ਸੰਘਣੀ ਹੁੰਦੀ ਹੈ ਅਤੇ ਕਿਧਰੇ ਵੀ ਕੱਪੜਾ ਨਹੀਂ ਬਚਦਾ। ਸਾਰੇ ਥਾਂ 'ਤੇ ਕਢਾਈ ਹੀ ਕਢਾਈ ਕੀਤੀ ਹੁੰਦੀ ਹੈ। ਤੁਸੀਂ ਸਕਰੀਨ 'ਤੇ ਦੇਖ ਰਹੇ ਹੋਵੋਗੇ ਇਹ ਕੀ ਹੈ? ਬਾਗ। ਤੇ ਪੈਰੇ ਵਿੱਚ ਇੱਕ ਹੋਰ ਫੁਲਕਾਰੀ ਬਾਰੇ ਹਰਮੀਤ ਨੇ ਆਪਣੀ ਮਾਂ ਤੋਂ ਪੁੱਛਿਆ ਹੈ। ਆਓ ਦੇਖਦੇ ਹਾਂ ਆਪਾਂ ਪਹਿਲਾਂ ਉਹ ਫੁਲਕਾਰੀ ਬਾਰੇ। ਇਹ ਘੁੰਗਟ ਬਾਗ ਹੈ। ਕੀ ਹੈ ਜੀ? ਇਹ ਘੁੰਗਟ ਬਾਗ ਹੈ। ਇਸ ਦੇ ਸਿਰੇ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਵਿੱਚ ਹੀ ਕਢਾਈ ਕੀਤੀ ਹੁੰਦੀ ਹੈ। ਆਪਾਂ ਘੁੰਗਟ ਬਾਗ ਦੀ ਪਿਕਚਰ ਦੇਖਦੇ ਹਾਂ, ਪਿੱਛੇ ਆਈ ਸੀ। ਇਹ ਕੀ ਹੈ? ਇਹ ਘੁੰਗਟ ਕੀ ਹੈ ਜੀ? ਇਹ ਹੈ ਘੁੰਗਟ ਬਾਗ। ਇਸ ਦੇ ਬਾਰੇ ਆਪਾਂ ਕੀ ਪੜ੍ਹਿਆ ਹੈ ਕਿ ਇਸ ਦੇ ਵਿੱਚ ਜਿਹੜੀ ਕਢਾਈ ਹੈ ਉਹ ਤਿਕੋਣੇ ਰੂਪ ਵਿੱਚ ਕੀਤੀ ਗਈ ਹੁੰਦੀ ਹੈ। ਹੋਰ ਕੀ ਪੜ੍ਹਿਆ ਹੈ? ਇਸ ਦੇ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਵਿੱਚ ਹੀ ਕਢਾਈ ਕੀਤੀ ਹੁੰਦੀ ਹੈ। ਆਹ ਚੋਪ ਹੈ। ਇਹ ਵਿਆਹ ਦੀ ਫੁਲਕਾਰੀ ਹੈ। ਅੱਗੇ ਆਪਾਂ ਕਿਹੜੀ ਫੁਲਕਾਰੀ ਦਾ ਨਾਮ ਪੜ੍ਹਿਆ ਹੈ? ਚੋਪ। ਆਓ ਦੇਖੀਏ ਇਸ ਦੀ ਪਿਕਚਰ। ਇਹ ਕਿਹੜੀ ਫੁਲਕਾਰੀ ਹੈ? ਇਹ ਚੋਪ ਹੈ। ਕੀ ਹੈ ਜੀ? ਇਹ ਚੋਪ। ਪੜ੍ਹਦੇ ਹਾਂ ਆਪਾਂ ਚੋਪ ਫੁਲਕਾਰੀ ਬਾਰੇ। ਇਹ ਚੋਪ ਹੈ। ਇਹ ਵਿਆਹ ਦੀ ਫੁਲਕਾਰੀ ਹੈ। ਪਹਿਲਾਂ ਚੂੜਾ ਚੜਾਉਣ ਵੇਲੇ ਇਹ ਕੁੜੀ ਉੱਤੇ ਦਿੱਤੀ ਜਾਂਦੀ ਸੀ। ਇਹ ਦੂਜੀਆਂ ਸਧਾਰਨ ਫੁਲਕਾਰੀਆਂ ਨਾਲੋਂ ਵੱਡੀ ਹੁੰਦੀ ਹੈ। ਕੀ ਫਰਕ ਹੈ ਜੀ ਦੂਜੀਆਂ ਫੁਲਕਾਰੀਆਂ ਨਾਲੋਂ ਇਸ ਦਾ? ਆਓ ਦੇਖਦੇ ਹਾਂ ਆਪਾਂ। ਕੀ ਹੁੰਦੀ ਹੈ ਇਹ? ਇਹ ਦੂਜੀਆਂ ਸਧਾਰਨ ਫੁਲਕਾਰੀਆਂ ਨਾਲੋਂ ਕਿਤੇ ਵੱਡੀ ਹੁੰਦੀ ਹੈ। ਦੇਖੋ ਕਿੱਡੀ ਵੱਡੀ ਫੁਲਕਾਰੀ ਹੈ। ਕਿਹੜੀ ਫੁਲਕਾਰੀ ਹੈ ਜੀ? ਚੋਪ। ਕਿਹੜੀ ਫੁਲਕਾਰੀ ਹੈ? ਚੋਪ। ਇਹ ਵਿਆਹ ਦੀ ਫੁਲਕਾਰੀ ਹੈ ਜੋ ਕਿ ਦੂਜੀਆਂ ਫੁਲਕਾਰੀਆਂ ਦੇ ਨਾਲੋਂ ਵੱਡੀ ਹੁੰਦੀ ਹੈ। ਇਸ ਦੀ ਕਢਾਈ ਖਾਸ ਗੁੰਝਲਦਾਰ ਟੋਪੇ ਨਾਲ ਕੀਤੀ ਹੁੰਦੀ ਹੈ। ਕਢਾਈ ਦਾ ਟੋਪਾ ਬਹੁਤ ਬਰੀਕ ਹੁੰਦਾ ਹੈ। ਇਹ ਕੁੜੀਆਂ ਦੇ ਦਾਜ ਦੀ ਖਾਸ ਚੀਜ਼ ਹੁੰਦੀ ਸੀ। ਇਸ ਵਾਂਗ ਸੁੱਭਰ ਵੀ ਸ਼ਗਨਾਂ ਦਾ ਕੱਪੜਾ ਹੁੰਦਾ ਸੀ। ਇਸ ਨੂੰ ਲਾਵਾਂ ਫੇਰਿਆਂ ਦੇ ਮੌਕੇ ਉੱਤੇ ਦਿੱਤਾ ਜਾਂਦਾ ਸੀ। ਹੁਣ ਕਿਹੜੀ ਫੁਲਕਾਰੀ ਦਾ ਨਾਮ ਆਇਆ ਜੀ ਆਪਣੇ ਲਵੇ? ਸੁੱਭਰ। ਕਿਹੜੀ ਫੁਲਕਾਰੀ ਦਾ ਨਾਮ ਆਇਆ ਹੈ? ਸੁੱਭਰ। ਆਓ ਦੇਖਦੇ ਹਾਂ ਆਪਾਂ ਉਹਦੀ ਤਸਵੀਰ ਕਿਹੋ ਜਿਹੀ ਦਿਸਦੀ ਹੈ ਸੁੱਭਰ ਫੁਲਕਾਰੀ। ਲਓ ਜੀ, ਇਹ ਕਿਹੜੀ ਫੁਲਕਾਰੀ ਹੈ? ਇਹ ਹੈ ਸੁੱਭਰ।
ਕਿਹੜੀ ਫੁਲਕਾਰੀ ਹੈ ਜੀ ਇਹ? ਸੁੱਭਰ। ਆਓ ਪੜ੍ਹਦੇ ਹਾਂ ਆਪਾਂ ਸੁੱਭਰ ਫੁਲਕਾਰੀ ਬਾਰੇ। ਕੀ ਹੈ ਸੁੱਭਰ ਫੁਲਕਾਰੀ? ਇਸ ਵਾਂਗ ਸੁੱਭਰ ਵੀ ਸਾਗਣਾ ਦਾ ਕੱਪੜਾ ਹੁੰਦਾ ਸੀ। ਇਸ ਨੂੰ ਕਦੋਂ ਦਿੱਤਾ ਜਾਂਦਾ ਸੀ? ਇਸ ਨੂੰ ਲਾਵਾਂ ਫੇਰਿਆਂ ਦੇ ਮੌਕੇ ਦਿੱਤਾ ਜਾਂਦਾ ਸੀ। ਵੇਖ ਇਹਦੇ ਵਿੱਚ ਕੰਨੀਆਂ ਦੇ ਨਾਲ ਨਾਲ ਕਢਾਈ ਕੀਤੀ ਹੋਈ ਹੈ। ਸੁੱਭਰ ਫੁਲਕਾਰੀ ਵਿੱਚ ਕੀ ਹੁੰਦਾ ਜੀ? ਕੰਨੀਆਂ ਦੇ ਨਾਲ ਨਾਲ ਕਢਾਈ ਕੀਤੀ ਹੋਈ ਹੈ। ਇਸ ਦੇ ਵਿਚਕਾਰ ਸਿਰਫ 5 ਫੁੱਲ ਹੀ ਕੱਢੇ ਹੋਏ ਹਨ। ਕਿੰਨੇ ਫੁੱਲ ਕੱਢੇ ਹੋਏ ਹਨ ਜੀ? 5 ਫੁੱਲ। ਬਾਕੀ ਦਾ ਹਿੱਸਾ ਸਾਫ਼ ਹੈ। ਮਾਂ ਜੀ ਨੇ ਮੈਨੂੰ ਜਾਣਕਾਰੀ ਦਿੰਦੇ ਕਿਹਾ। ਮਾਂ ਜੀ ਉਹ ਵੀ ਚੋਪ ਸੀ ਜਿਹੜਾ ਉਦੋਂ ਭੈਣ ਜੀ ਦੇ ਵਿਆਹ 'ਤੇ ਡੋਲੀ ਤੋਰਨ ਸਮੇਂ ਉਹਨਾਂ ਉੱਪਰ ਤਾਣਿਆ ਹੋਇਆ ਸੀ? ਹਰਮੀਤ ਨੇ ਉਤਸੁਕਤਾ ਦੇ ਨਾਲ ਪੁੱਛਿਆ। ਨਾ ਨਾ, ਉਹ ਤਾਂ ਤਿਲ ਪੱਤਰਾ ਸੀ। ਉਹਦੀ ਤਾਂ ਸਿੱਧੀ ਜਿਹੀ ਕਢਾਈ ਸੀ ਤੇ ਕਢਾਈ ਕੀਤੀ ਵੀ ਸਿਰਫ ਕੰਨੀਆਂ 'ਤੇ ਹੀ ਸੀ। ਵਿਚਾਲੇ ਤਾਂ ਵਿਰਲੀ ਵਿਰਲੀ ਹੀ ਕਢਾਈ ਕੀਤੀ ਹੋਈ ਸੀ। ਹੁਣ ਬੱਚਿਓ ਕਿਹੜੀ ਫੁਲਕਾਰੀ ਦਾ ਨਾਂ ਆਇਆ ਹੈ? ਤਿਲ ਪੱਤਰਾ। ਦੇਖੀਏ ਆਪਾਂ ਤਿਲ ਪੱਤਰਾ ਫੁਲਕਾਰੀ ਕਿਸ ਤਰ੍ਹਾਂ ਦੀ ਹੁੰਦੀ ਹੈ। ਇਹ ਹੈ ਜੀ ਤਿਲ ਪੱਤਰਾ। ਕਿਹੜੀ ਫੁਲਕਾਰੀ ਹੈ ਜੀ ਇਹ? ਤਿਲ ਪੱਤਰਾ। ਇਹ ਵੀ ਇੱਕ ਤਿਲ ਪੱਤਰਾ ਫੁਲਕਾਰੀ ਹੀ ਹੈ। ਤਿਲ ਪੱਤਰਾ। ਕੀ ਪੜ੍ਹਿਆ ਹੈ ਜੀ ਆਪਾਂ ਤਿਲ ਪੱਤਰਾ ਬਾਰੇ? ਆਓ ਇੱਕ ਵਾਰ ਫੇਰ ਤੋਂ ਝਾਤ ਮਾਰੀਏ। ਇੱਕ ਵਾਰ ਤੁਸੀਂ ਤਿਲ ਪੱਤਰਾ ਫੁਲਕਾਰੀ ਦੇਖ ਲਓ। ਹਾਂਜੀ, ਉਹਦੀ ਤਾਂ ਸਿੱਧੀ ਜਿਹੀ ਕਢਾਈ ਸੀ ਤੇ ਕਢਾਈ ਵੀ ਸਿਰਫ ਕੰਨੀਆਂ 'ਤੇ ਹੀ ਸੀ। ਵਿਚਾਲੇ ਤਾਂ ਵਿਰਲੀ ਵਿਰਲੀ ਕਢਾਈ ਹੀ ਕੀਤੀ ਹੋਈ ਸੀ। ਤਿਲ ਪੱਤਰਾ ਫੁਲਕਾਰੀ ਕਿਹੋ ਜਿਹੀ ਹੁੰਦੀ ਹੈ ਜੀ? ਜਿਸ ਦੀ ਕਢਾਈ ਹੈ ਜਿਹੜੀ ਉਹ ਸਿੱਧੀ ਹੋਵੇ ਤੇ ਕਢਾਈ ਹੈ ਜਿਹੜੀ ਸਿਰਫ ਕੰਨੀਆਂ 'ਤੇ ਹੀ ਕੀਤੀ ਹੋਵੇ ਤੇ ਵਿਚਾਲੇ ਵਿਰਲੀ ਵਿਰਲੀ ਹੀ ਕਢਾਈ ਕੀਤੀ ਹੋਵੇ, ਉਹ ਫੁਲਕਾਰੀ ਹੁੰਦੀ ਹੈ ਤਿਲ ਪੱਤਰਾ। ਤੇ ਅਗਲੀ ਫੁਲਕਾਰੀ ਬਾਰੇ ਫਿਰ ਇੱਕ ਹੋਰ ਫੁਲਕਾਰੀ ਦਿਖਾਉਂਦੇ ਹੋਏ ਮਾਂ ਜੀ ਬੋਲੇ, ਆਹ ਦੇਖ, ਇਹ ਹੈ ਨੀਲਕ। ਇਹ ਨੀਲਕ ਹੈ। ਇਹਦੀ ਕਢਾਈ ਤਾਂ ਸਾਦੀ ਹੈ ਪਰ ਇਸ ਦਾ ਰੰਗ ਨੀਲਾ ਹੋਣ ਕਰਕੇ ਇਸ ਨੂੰ ਕੀ ਬੋਲਦੇ ਹਨ? ਇਸ ਦਾ ਰੰਗ ਨੀਲਾ ਹੋਣ ਕਰਕੇ ਕੀ ਕਹਿੰਦੇ ਹਨ? ਨੀਲਕ ਕਹਿੰਦੇ ਹਨ। ਕੀ ਕਹਿੰਦੇ ਹਨ ਜੀ? ਨੀਲਕ। ਹੁਣ ਇਸ ਦੇ ਵਿੱਚ ਕਿਹੜੀ ਫੁਲਕਾਰੀ ਦਾ ਨਾਮ ਆਇਆ ਹੈ? ਇਸ ਦੇ ਵਿੱਚ ਫੁਲਕਾਰੀ ਦਾ ਨਾਮ ਆਇਆ ਹੈ ਨੀਲਕ। ਆਓ ਦੇਖੀਏ ਆਪਾਂ ਨੀਲਕ ਫੁਲਕਾਰੀ ਕਿਹੋ ਜਿਹੀ ਹੁੰਦੀ ਹੈ। ਇਹ ਕਿਹੜੀ ਫੁਲਕਾਰੀ ਹੈ ਜੀ? ਇਹ ਹੈ ਨੀਲਕ। ਕਿਹੜੀ ਫੁਲਕਾਰੀ ਹੈ? ਨੀਲਕ। ਕੀ ਪੜ੍ਹਿਆ ਹੈ ਆਪਾਂ ਨੀਲਕ ਫੁਲਕਾਰੀ ਬਾਰੇ? ਕੀ ਇਸ ਦਾ ਰੰਗ ਹੈ ਜੋ ਨੀਲਾ ਹੁੰਦਾ ਹੈ, ਇਸ ਕਰਕੇ ਹੀ ਇਸ ਨੂੰ ਨੀਲਕ ਕਹਿੰਦੇ ਹਨ। ਇਸ ਦੀ ਕਢਾਈ ਤਾਂ ਆਮ ਜਿਹੀ ਹੀ ਹੁੰਦੀ ਹੈ। ਇਹੀ ਪੜ੍ਹਿਆ ਸੀ ਨਾ ਆਪਾਂ। ਅੱਗੇ ਪੜ੍ਹਦੇ ਹਾਂ ਆਪਾਂ। ਮਾਂ ਜੀ, ਤੁਹਾਡੇ ਕੋਲ ਤਾਂ ਬਹੁਤ ਕਿਸਮ ਦੀਆਂ ਫੁਲਕਾਰੀਆਂ ਹਨ। ਇਹਨਾਂ ਦੀ ਕੋਈ ਹੋਰ ਕਿਸਮ ਵੀ ਹੁੰਦੀ ਹੈ? ਕਿਹਨੇ ਪੁੱਛਿਆ ਜੀ ਇਹ ਪੁੱਛਿਆ ਸੀ ਹਰਮੀਤ ਨੇ। ਤੇ ਅੱਗੇ ਮਾਂ ਜੀ ਕੀ ਬੋਲਦੇ ਨੇ, ਅੱਗੇ ਦੇਖਦੇ ਹਾਂ ਆਪਾਂ। ਇੱਕ ਹੋਰ ਫੁਲਕਾਰੀ ਵੀ ਹੁੰਦੀ ਹੈ ਜਿਹਦੇ ਉੱਪਰ ਛੋਟੇ ਛੋਟੇ ਸ਼ੀਸ਼ਿਆਂ ਦੇ ਟੁਕੜੇ ਲੱਗੇ ਹੁੰਦੇ ਹਨ, ਜੜੇ ਹੁੰਦੇ ਹਨ। ਕੀ ਜੜੇ ਹੁੰਦੇ ਹਨ? ਛੋਟੇ ਛੋਟੇ ਟੁਕੜੇ ਸ਼ੀਸ਼ਿਆਂ ਦੇ ਜੜੇ ਹੁੰਦੇ ਹਨ। ਤੇ ਉਸ ਫੁਲਕਾਰੀ ਨੂੰ ਕੀ ਕਹਿੰਦੇ ਹਨ? ਕੀ ਕਹਿੰਦੇ ਹਨ ਜੀ ਉਸ ਨੂੰ ਛਮਾਸ ਕਹਿੰਦੇ ਹਨ। ਛਮਾਸ ਫੁਲਕਾਰੀ
ਸਮਾਸ ਫੁਲਕਾਰੀ ਹੈ ਜਿਹੜੀ ਉਹ ਬਹੁਤ ਸੋਹਣੀ ਲੱਗਦੀ ਹੈ। ਤੇਰੀ ਮਾਸੀ ਕੋਲ ਹੈ ਇੱਕ ਸਮਾਸ, ਜਦੋਂ ਕਦੇ ਉੱਥੇ ਗਈ ਤਾਂ ਵੇਖ ਆਵੀਂ। ਤੇ ਆਪਾਂ ਤਾਂ ਜੀ ਹੁਣੀ ਦੇਖ ਲੈਂਦੇ ਹਾਂ ਕਿ ਸਮਾਸ ਫੁਲਕਾਰੀ ਕਿਹੋ ਜਿਹੀ ਦਿਖਦੀ ਹੈ। ਇਹ ਰਹੀ ਸਮਾਜ। ਕੀ ਹੈ ਜੀ ਇਹ ਫੁਲਕਾਰੀ? ਇਹ ਹੈ ਛਮਾਸ ਫੁਲਕਾਰੀ। ਦੇਖੀਏ ਆਪਾਂ ਕਿਵੇਂ ਦੀ ਲੱਗਦੀ ਹੈ। ਇਹ ਵੇਖੋ, ਇਸ ਦੇ ਉੱਪਰ ਛੋਟੇ ਛੋਟੇ ਕੀ ਨੇ? ਸ਼ੀਸ਼ੇ ਲੱਗੇ ਹੋਏ ਹਨ। ਕੀ ਲੱਗੇ ਹੋਏ ਹਨ? ਸ਼ੀਸ਼ੇ, ਜਾਂ ਆਪਾਂ ਕਹਿ ਸਕਦੇ ਹਾਂ ਛੋਟੇ ਛੋਟੇ ਸ਼ੀਸ਼ਿਆਂ ਦੇ ਟੁਕੜੇ ਲੱਗੇ ਹੋਏ ਹਨ। ਇਹ ਕੀ ਹੈ? ਇਹ ਵੀ ਇੱਕ ਛਮਾਸ ਫੁਲਕਾਰੀ ਦੀ ਕਿਸਮ ਹੈ। ਕੀ ਹੈ ਜੀ ਇਹ ਵੀ ਛਮਾਸ ਫੁਲਕਾਰੀ ਹੈ। ਅੱਗੇ ਆਪਾਂ ਪੜ੍ਹਦੇ ਹਾਂ। ਮਾਂ ਜੀ, ਐਨੀ ਕਢਾਈ ਹੱਥ ਨਾਲ ਕੀਤੀ ਹੈ ਜਾਂ ਮਸ਼ੀਨਾਂ ਨਾਲ? ਹਰਮੀਤ ਆਪਣੀ ਮਾਂ ਨੂੰ ਪੁੱਛਦੀ ਹੈ ਕਿ ਮਾਂ ਜੀ ਤੁਸੀਂ ਇਹ ਕਢਾਈ ਹੱਥ ਨਾਲ ਕੀਤੀ ਹੈ ਜਾਂ ਮਸ਼ੀਨਾਂ ਨਾਲ? ਤੇ ਹਰਮੀਤ ਦੀ ਮਾਂ ਕੀ ਬੋਲਦੀ ਹੈ? ਮਸ਼ੀਨਾਂ ਉਦੋਂ ਡੁੱਬਣੀਆਂ ਕਿੱਥੇ ਹੁੰਦੀਆਂ ਸਨ। ਇਹ ਮਸ਼ੀਨਾਂ ਤਾਂ ਹੁਣੇ ਚੱਲਿਆ ਰਿਵਾਜ। ਤਾਂ ਹੀ ਤਾਂ ਅੱਜ ਕੱਲ੍ਹ ਕੁੜੀਆਂ ਨੇ ਕਸੀਦਾ ਕੱਢਣਾ ਭੁੱਲ ਗਿਆ। ਕੱਢਿਆ ਕਢਾਇਆ ਜੂ ਮਿਲ ਜਾਂਦਾ ਸਭ ਕੁਝ। ਮਾਂ ਜੀ ਨੇ ਕਸੀਦੇ ਦੇ ਘਟ ਰਹੇ ਸ਼ੌਂਕ ਤੇ ਔਖਿਆਂ ਹੁੰਦਿਆਂ ਕਿਹਾ। ਕੀ ਕਿਹਾ ਮਾਂ ਨੇ? ਮਾਂ ਨੇ ਕਿਹਾ ਵੀ ਹੁਣ ਮਸ਼ੀਨਾਂ ਕਿੱਥੇ? ਪਹਿਲਾਂ ਮਸ਼ੀਨਾਂ ਨੇ ਜਿਹੜੀਆਂ ਉਹ ਕਿੱਥੇ ਹੁੰਦੀਆਂ ਸੀ। ਮਸ਼ੀਨਾਂ ਤਾਂ ਹੁਣੀ ਚੱਲਿਆ ਇਹਨਾਂ ਦਾ ਰਿਵਾਜ, ਜਿਸ ਕਰਕੇ ਕੁੜੀਆਂ ਨੂੰ ਕਸੀਦਾ ਕੱਢਣਾ ਭੁੱਲ ਗਿਆ। ਕੱਢਿਆ ਕਢਾਇਆ ਜੋ ਮਿਲ ਜਾਂਦਾ ਸਭ ਕੁਝ। ਮਾਂ ਨੇ ਕਸੀਦੇ ਦੇ ਘਟ ਰਹੇ ਸ਼ੌਂਕ ਤੇ ਔਖਿਆਂ ਹੁੰਦਿਆਂ ਕਿਹਾ। ਅੱਗੇ ਫਿਰ ਥੋੜਾ ਜਿਹਾ ਰੁਕ ਕੇ ਕਹਿਣ ਲੱਗੇ, ਫੁਲਕਾਰੀ ਦੀ ਕਢਾਈ ਤਾਂ ਸਾਡੇ ਵੇਲੇ ਹੁੰਦੀ ਸੀ। ਅਸੀਂ ਸ਼ਹਿਰੋਂ ਕਈ ਰੰਗਾਂ ਦੇ ਪੱਟ ਮੰਗਵਾ ਲੈਂਦੀਆਂ, ਫਿਰ ਘਰ ਦੇ ਬਣੇ ਖੱਦਰ ਨੂੰ ਸੂਹਾ ਰੰਗ ਦੇ ਕੇ ਕਢਾਈ ਕਰਦੀਆਂ। ਕਢਾਈ ਦਾ ਚਾਅ ਐਨਾ ਹੁੰਦਾ ਸੀ ਕਿ ਤੜਕੇ ਹਨੇਰੇ ਹੀ ਉੱਠ ਕੇ ਰੋਟੀ ਟੁੱਕ ਤੇ ਗੋਹੇ ਦਾ ਕੰਮ ਮੁਕਾ ਲੈਂਦੀਆਂ ਸੀ। ਤੇ ਇਹਦੇ ਵਿੱਚ ਇੱਕ ਸ਼ਬਦ ਆਇਆ ਹੈ ਸੂਹਾ। ਸੂਹਾ ਦਾ ਮਤਲਬ ਕੀ ਹੁੰਦਾ ਜੀ? ਗੂੜੇ ਲਾਲ ਰੰਗ ਦਾ। ਕੀ ਹੁੰਦਾ ਜੀ? ਗੂੜੇ ਲਾਲ ਰੰਗ ਦਾ। ਕਾਹਦੇ ਉੱਪਰ ਕਢਾਈ ਕਰਦੀਆਂ ਸੀ ਉਹ? ਖੱਦਰ ਦੇ ਉੱਪਰ। ਕਾਹਦੇ ਉੱਪਰ ਕਰਦੀਆਂ ਸੀ? ਖੱਦਰ ਦੇ ਉੱਪਰ। ਚਲੋ ਆਪਾਂ ਅੱਗੇ ਪੜ੍ਹਦੇ ਹਾਂ। ਫਿਰ ਕੁੜੀਆਂ ਇਕੱਠੀਆਂ ਹੋ ਕੇ ਬਹਿ ਜਾਣਾ ਕਢਾਈ ਕਰਨ। ਤੇਰੀ ਨਾਨੀ ਦਾ ਹੱਥ ਤਾਂ ਐਨਾ ਸਾਫ਼ ਸੀ ਕਿ ਉਸਦੇ ਕੱਢੇ ਬਾਗਾਂ ਤੇ ਫੁਲਕਾਰੀਆਂ ਦੀਆਂ ਘਰ ਘਰ ਗੱਲਾਂ ਹੁੰਦੀਆਂ ਸਨ। ਉਹ ਆਪ ਹੀ ਨਵੇਂ ਨਮੂਨੇ ਕੱਢ ਲੈਂਦੀ ਸੀ। ਅਜੇ ਮਾਂ ਜੀ ਨੇ ਗੱਲ ਮੁਕਾਈ ਹੀ ਸੀ ਕਿ ਹਰਮੀਤ ਵਿੱਚੋਂ ਹੀ ਬੋਲ ਪਈ, ਮਾਂ ਜੀ, ਪਰ ਇੱਕ ਗੱਲ ਤਾਂ ਦੱਸੋ ਕਿ ਖੱਦਰ ਉੱਤੇ ਐਨੀ ਸੋਹਣੀ ਕਢਾਈ ਤੁਸੀਂ ਕਿਵੇਂ ਕਰ ਲੈਂਦੇ ਹੋ? ਤੁਸੀਂ ਮੈਥੋਂ ਤਾਂ ਦਸੂਤੀ ਉੱਤੇ ਵੀ ਕਈ ਵਾਰ ਠੀਕ ਫੁੱਲ ਨਹੀਂ ਪੈਂਦੇ। ਬਸ ਤੱਕ ਨਾਲ ਹੀ ਹੌਲੀ ਹੌਲੀ ਹੱਥ 'ਚ ਸਫਾਈ ਆ ਜਾਂਦੀ ਹੈ। ਫਿਰ ਤਾਂ ਅਸੀਂ ਗੱਲਾਂ ਵੀ ਕਰੀ ਜਾਂਦੀਆਂ। ਮਜਾਲ ਹੈ ਕਿਤੇ ਤੋਪਾ ਵੀ ਇੱਧਰ ਉੱਧਰ ਹੋ ਜਾਵੇ ਨਾ। ਤੈਨੂੰ ਇੱਕ ਹੋਰ ਗੱਲ ਦੱਸਾਂ, ਫੁਲਕਾਰੀ ਦੀ ਕਢਾਈ ਵੀ ਪੁੱਠੇ ਪਾਸੇ ਤੋਂ ਕੀਤੀ ਜਾਂਦੀ ਹੈ। ਮਾਂ ਜੀ ਨੇ ਦੱਸਿਆ। ਬੱਚਿਓ, ਹੁਣ ਤੁਹਾਨੂੰ ਪਤਾ ਲੱਗਿਆ ਵੀ ਫੁਲਕਾਰੀ ਦੀ ਕਢਾਈ ਹੈ ਜਿਹੜੀ ਕਿਸ ਸਾਈਡ ਤੋਂ ਕੀਤੀ ਜਾਂਦੀ ਹੈ? ਉਹ ਕੀਤੀ ਜਾਂਦੀ ਹੈ ਜੀ ਪੁੱਠੇ ਪਾਸੇ ਤੋਂ। ਪੁੱਠੇ ਪਾਸੇ ਤੋਂ? ਉਹ ਕਿਵੇਂ ਮਾਂ ਜੀ? ਹਰਮੀਤ ਨੇ ਹੈਰਾਨ ਹੁੰਦੇ ਹੋਏ ਪੁੱਛਿਆ।
ਇਹ ਕਦੇ ਫਿਰ ਦੱਸਾਂਗੀ, ਆਪੇ ਹੌਲੀ ਹੌਲੀ ਸਿੱਖ ਜਾਏਂਗੀ। ਜੇ ਐਨਾ ਹੀ ਸ਼ੌਂਕ ਹੈ ਤਾਂ ਹਾਂ ਮਾਂ ਜੀ, ਮੈਂ ਜ਼ਰੂਰ ਸਿੱਖਾਂਗੀ। ਹਰਮੀਤ ਚਾਅ ਨਾਲ ਬੋਲੀ ਤੇ ਫਿਰ ਮਾਂ ਜੀ ਫੁਲਕਾਰੀਆਂ ਦੀਆਂ ਤਹਿਆਂ ਮਾਰਨ ਲੱਗ ਪਏ। ਇੱਕ ਟੂਲ ਦੀ ਫੁਲਕਾਰੀ ਉਹਨਾਂ ਪਾਸੇ ਕੱਢ ਕੇ ਰੱਖ ਦਿੱਤੀ। ਲੈ ਇਹ ਲੈ ਜਾਈਂ ਤੂੰ ਆਪਣੀ ਕਮੀਜ਼ ਬਣਾਉਣ ਵਾਸਤੇ, ਕਹਿੰਦੇ ਹੋਏ ਫੁਲਕਾਰੀਆਂ ਅੰਦਰ ਸੰਦੂਕ ਵਿੱਚ ਰੱਖਣ ਚਲੇ ਗਏ। ਇਹ ਸੀ ਬੱਚਿਓ ਤੁਹਾਡਾ ਪਾਠ ਫੁਲਕਾਰੀ ਕਲਾ। ਤੇ ਹੁਣ ਆਪਾਂ ਇਸ ਪਾਠ ਦੇ ਵਿੱਚ ਜਿਹੜੇ ਔਖੇ ਸ਼ਬਦ ਆਏ ਸੀਗੇ ਉਹਨਾਂ ਦਾ ਅਧਿਐਨ ਕਰਾਂਗੇ, ਉਹਨਾਂ ਬਾਰੇ ਪੜ੍ਹਾਂਗੇ। ਜਿਹੜੇ ਪਾਠ ਵਿੱਚ ਔਖੇ ਸ਼ਬਦ ਆਏ ਹਨ ਉਹਨਾਂ ਦੇ ਕੀ ਅਰਥ ਹਨ, ਆਓ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਸਭ ਤੋਂ ਪਹਿਲਾ ਅਰਥ ਆਇਆ ਹੈ, ਪਹਿਲਾ ਸ਼ਬਦ ਹੈ ਵਿਸਾਰ। ਵਿਸਾਰ ਦਾ ਮਤਲਬ ਕੀ ਹੈ? ਭੁੱਲ ਜਾਣਾ। ਜਦੋਂ ਆਪਾਂ ਕੋਈ ਚੀਜ਼ ਨੂੰ ਵਿਸਾਰ ਦਿੰਦੇ ਹਾਂ, ਭੁੱਲ ਜਾਂਦੇ ਹਾਂ, ਉਹ ਕੀ ਹੈ? ਉਸ ਦਾ ਅਰਥ ਹੋ ਜਾਂਦਾ ਹੈ ਭੁੱਲ ਜਾਣਾ। ਵਿਸਾਰ ਦਾ ਮਤਲਬ ਕੀ ਹੋ ਜਾਂਦਾ ਹੈ? ਭੁੱਲ ਜਾਣਾ। ਉਸ ਤੋਂ ਬਾਅਦ ਦੂਸਰਾ ਸ਼ਬਦ ਆਇਆ ਹੈ ਸਵਾਤ। ਸਵਾਤ ਦਾ ਮਤਲਬ ਕੀ ਹੈ? ਛੱਤ ਦਾ ਰਸਤਾ ਜੋ ਦੋ ਕਮਰਿਆਂ ਨੂੰ ਮਿਲਾਏ। ਛੱਤ ਦਾ ਰਸਤਾ ਜੋ ਦੋ ਕਮਰਿਆਂ ਨੂੰ ਮਿਲਾਏ ਉਸਨੂੰ ਕੀ ਬੋਲਦੇ ਹਨ? ਸਵਾਤ। ਅੱਗੇ ਸ਼ਬਦ ਆਇਆ ਹੈ ਬੈਠਕ। ਉਹ ਕਮਰਾ ਜਿੱਥੇ ਮਹਿਮਾਨਾਂ ਨੂੰ ਬਿਠਾਇਆ ਜਾਵੇ ਉਸਨੂੰ ਕੀ ਬੋਲਦੇ ਹਨ? ਉਸਨੂੰ ਬੋਲਦੇ ਹਨ ਬੈਠਕ। ਅੱਗੇ ਸ਼ਬਦ ਆਇਆ ਹੈ ਗੁੰਝਲਦਾਰ। ਗੁੰਝਲਦਾਰ ਦਾ ਮਤਲਬ ਕੀ ਹੁੰਦਾ ਹੈ? ਔਖਾ। ਗੁੰਝਲਦਾਰ ਦਾ ਮਤਲਬ ਕੀ ਹੁੰਦਾ ਹੈ? ਔਖਾ। ਅੱਗੇ ਸ਼ਬਦ ਆਇਆ ਹੈ ਕਸੀਦਾ। ਕੱਪੜੇ 'ਤੇ ਸੂਈ ਨਾਲ ਕੱਢੇ ਬੇਲ ਬੂਟੇ ਉਹਨੂੰ ਕੀ ਬੋਲਦੇ ਹਨ? ਕਸੀਦਾ। ਕੱਪੜੇ 'ਤੇ ਸੂਈ ਨਾਲ ਕੱਢੇ ਬੇਲ ਬੂਟਿਆਂ ਨੂੰ ਕੀ ਬੋਲਦੇ ਹਨ? ਕਸੀਦਾ। ਅੱਗੇ ਸ਼ਬਦ ਹੈ ਪੱਟ। ਕੀ ਸ਼ਬਦ ਹੈ? ਪੱਟ। ਪੱਟ ਦਾ ਮਤਲਬ ਕੀ ਹੈ? ਰੇਸ਼ਮ। ਪੱਟ ਦਾ ਮਤਲਬ ਕੀ ਹੈ? ਰੇਸ਼ਮ। ਫਿਰ ਸ਼ਬਦ ਆਇਆ ਸੀ ਸੂਹਾ। ਆਇਆ ਸੀ ਨਾ ਪਿੱਛੇ ਸਭ ਸੂਹਾ। ਸੂਹੇ ਦਾ ਅਰਥ ਕੀ ਹੁੰਦਾ ਹੈ? ਲਾਲ। ਲਾਲ ਰੰਗ ਦਾ। ਸੂਹਾ ਕੀ ਹੁੰਦਾ ਹੈ? ਲਾਲ। ਅੱਗੇ ਸ਼ਬਦ ਆਇਆ ਸੀ ਨਮੂਨਾ। ਨਮੂਨੇ। ਕਿਸੇ ਬਣੀ ਹੋਈ ਚੀਜ਼ ਵਰਗੀ ਨਵੀਂ ਚੀਜ਼ ਬਣਾਉਣਾ। ਨਮੂਨੇ ਦਾ ਕੀ ਅਰਥ ਕੀ ਹੁੰਦਾ ਹੈ? ਕਿਸੇ ਬਣੀ ਹੋਈ ਚੀਜ਼ ਵਰਗੀ ਨਵੀਂ ਚੀਜ਼ ਬਣਾਉਣਾ। ਅੱਗੇ ਸ਼ਬਦ ਆਇਆ ਸੀ ਦਸੂਤੀ। ਉਹ ਕੱਪੜਾ ਜਿਸ ਵਿੱਚ ਦੋ ਧਾਗੇ ਇਕੱਠੇ ਪਾ ਕੇ ਕਢਾਈ ਕੀਤੀ ਜਾਂਦੀ ਹੈ ਉਸਨੂੰ ਦਸੂਤੀ ਬੋਲਦੇ ਹਨ। ਕੀ ਬੋਲਦੇ ਹਨ ਜੀ? ਉਸਨੂੰ ਦਸੂਤੀ। ਅੱਗੇ ਸ਼ਬਦ ਆਇਆ ਸੀ ਸੰਦੂਕ। ਸੰਦੂਕ ਕੀ ਹੁੰਦਾ ਹੈ? ਆਪਾਂ ਦੇਖਿਆ ਸੀ ਨਾ ਪਿਕਚਰ ਦੇ ਵਿੱਚ, ਲੱਕੜ ਦੀ ਬਣੀ ਹੋਈ ਪੇਟੀ। ਉਸਨੂੰ ਕੀ ਬੋਲਦੇ ਹਨ? ਸੰਦੂਕ। ਆਓ ਕੁਝ ਸ਼ਬਦ ਹੋਰ ਨੇ ਉਹਨਾਂ ਦੇ ਵੀ ਅਰਥ ਜਾਣੀਏ। ਇੱਕ ਸ਼ਬਦ ਆਇਆ ਸੀ ਅਚੰਭਾ। ਕੀ ਆਇਆ ਸੀ ਜੀ? ਅਚੰਭਾ। ਅਚੰਭੇ ਦਾ ਅਰਥ ਕੀ ਹੁੰਦਾ ਹੈ? ਹੈਰਾਨ ਕਰਨ ਵਾਲਾ। ਕੀ ਹੁੰਦਾ ਹੈ ਜੀ? ਹੈਰਾਨ ਕਰਨ ਵਾਲਾ। ਇੱਕ ਸ਼ਬਦ ਆਇਆ ਸੀ ਤੋਪਾ। ਤੋਪੇ ਦਾ ਭਾਵ ਕੀ ਹੁੰਦਾ ਹੈ? ਟਾਂਕਾ। ਕੀ ਹੁੰਦਾ ਹੈ ਜੀ? ਟਾਂਕਾ। ਇੱਕ ਸ਼ਬਦ ਆਇਆ ਸੀ ਖੱਦਰ। ਖੱਦਰ ਦਾ ਕੀ ਅਰਥ ਹੁੰਦਾ ਹੈ ਜੀ? ਮੋਟਾ ਸੂਤੀ ਕੱਪੜਾ। ਆਪਾਂ ਨੇ ਪੜ੍ਹਿਆ ਸੀ ਨਾ ਪਾਠ ਦੇ ਵਿੱਚ ਕਿ ਜਿਹੜੀ ਫੁਲਕਾਰੀ ਆ ਉਸਦੀ ਕਢਾਈ ਖੱਦਰ ਦੇ ਕੱਪੜੇ ਉੱਪਰ ਕੀਤੀ ਜਾਂਦੀ ਹੈ। ਇੱਕ ਸ਼ਬਦ ਆਇਆ ਸੀਗਾ ਤੜਕੇ। ਤੜਕੇ ਦਾ ਮਤਲਬ ਕੀ ਹੁੰਦਾ ਹੈ? ਸਵੇਰੇ ਸਵੇਰੇ, ਜਲਦੀ ਜਲਦੀ। ਆਪਾਂ ਜਾਂਦੇ ਨਾ ਤੜਕੇ ਉੱਠ ਕੇ ਸਵੇਰੇ ਸਵੇਰੇ ਸਕੂਲ ਜਾਂਦੇ ਹਾਂ ਜੀ। ਹਾਂਜੀ, ਉਸੇ ਨੂੰ ਬੋਲਦੇ ਹਨ ਤੜਕੇ, ਸਵੇਰੇ, ਜਲਦੀ। ਇਹ ਸੀ ਬੱਚਿਓ ਤੁਹਾਡਾ ਪਾਠ ਫੁਲਕਾਰੀ ਕਲਾ, ਜੋ ਕਿ ਅਮਰਜੀਤ ਕੌਰ ਵਿਰਕ ਦਾ ਲਿਖਿਆ ਹੋਇਆ ਸੀ।
ਅੱਜ ਆਪਾਂ ਔਖੇ ਸ਼ਬਦਾਂ ਦੇ ਅਰਥ ਤੱਕ ਕਰ ਲਏ ਹਨ। ਅਗਲਾ ਕੰਮ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।